सत श्री अकाल जी। थोड़ा स्वागत है जी चैनल जुगरू एजुकेशन विच। ਜਿਹੜੀ ਆਪਾਂ ਇੱਕ ਲੜੀ ਚਲਾਈ ਹੋਈ ਆ ਵੀ ਅੰਗਰੇਜ਼ੀ ਦੇ ਸ਼ਬਦ ਸਿੱਖੋ ਪੰਜਾਬੀ 'ਚ ਬੜੇ ਸੌਖੇ ਤਰੀਕੇ ਦੇ ਨਾਲ ਆਪਾਂ ਕਰਦੇ ਹੁੰਨੇ ਆ। ਅੱਜ ਉਹਦਾ ਆਪਾਂ 14ਵਾਂ ਸੈੱਟ ਕਰਾਂਗੇ ਤੇ ਜੇ ਤੁਸੀਂ ਪੁਰਾਣੇ 13 ਸੈੱਟ ਨਹੀਂ ਦੇਖੇ ਉਹ ਵੀ ਦੇਖ ਲਓ ਤਾਂ ਕਿ ਤੁਹਾਨੂੰ ਉਹਨਾਂ 'ਚ ਜਿੰਨੇ ਆਪਾਂ ਸ਼ਬਦ ਕਰੇ ਨੇ ਉਹ ਵੀ ਸਮਝ ਆ ਜਾਣ, ਉਹ ਵੀ ਨਵੇਂ ਸ਼ਬਦ ਤੁਸੀਂ ਸਿੱਖ ਲਓ। ਤੇ ਅੱਜ ਵਾਲੇ ਜਿਹੜੇ ਆਪਣੇ ਸ਼ਬਦ ਨੇ ਸਭ ਤੋਂ ਪਹਿਲਾਂ ਆਪਾਂ ਦੋ ਸ਼ਬਦਾਂ ਦੇ ਵਿੱਚ ਉਲਝਣ ਕਰਾਂਗੇ। ਇਹ ਆ ਸਾਡੇ ਕੋਲੇ ਹੀਅਰ ਤੇ ਲਿਸਨ। ਦੋਨਾਂ ਦਾ ਮਤਲਬ ਹੁੰਦਾ ਸੁਣਨਾ। ਤੁਹਾਡੇ ਵੱਲੋਂ ਹੀ ਇਹ ਪ੍ਰਸ਼ਨ ਪ੍ਰਾਪਤ ਹੋਇਆ ਵੀ ਇਹਨਾਂ ਦੇ ਵਿੱਚ ਫਰਕ ਕੀ ਆ। ਦੋਨਾਂ ਦਾ ਜਦੋਂ ਮਤਲਬ ਸੁਣਨਾ ਹੈਗਾ ਫਿਰ ਕੀ ਫਰਕ ਹੋਇਆ ਆਪਾਂ ਦੇਖਦੇ ਹਾਂ। ਇਹਨਾਂ ਦੋਨਾਂ 'ਚ ਇਹੀ ਫਰਕ ਆ ਵੀ ਲਿਸਨ ਹੁੰਦਾ ਜਦੋਂ ਆਪਾਂ ਧਿਆਨ ਨਾਲ ਸੁਣਦੇ ਆ, ਪੂਰੇ ਧਿਆਨ ਨਾਲ, ਹੈ ਨਾ, ਆਪਣਾ ਦਿਮਾਗ ਉੱਧਰ ਲਾ ਕੇ ਪੂਰਾ ਧਿਆਨ ਆਪਣਾ ਉੱਧਰ ਬਣਿਆ ਹੁੰਦਾ। ਜਦੋਂ ਆਪਾਂ ਉਦੋਂ ਸੁਣਦੇ ਹਾਂ, ਸੁਣਨ ਵਾਲੀ ਕਿਰਿਆ ਕਰਦੇ ਹਾਂ, ਉੱਥੇ ਆਪਾਂ ਲਿਸਨ ਦੀ ਵਰਤੋਂ ਕਰਦੇ ਹਾਂ। ਤੇ ਜਿਹੜਾ ਹੀਅਰ ਆ ਇਹ ਸੁਣਨ ਵਾਲੀ ਕਿਰਿਆ ਸਾਡੀ ਜਿਹੜੀ 24/7 ਚੱਲਦੀ ਰਹਿੰਦੀ ਆ, ਹਮੇਸ਼ਾ ਚੱਲਦੀ ਰਹਿੰਦੀ ਆ। ਸਾਡੇ ਕੰਨ ਨੇ, ਹੈ ਨਾ, ਤਾਂ ਸਾਨੂੰ ਸੁਣੂਗਾ ਹੀ। ਹੁਣ ਆਪਾਂ ਕਿਤੇ ਖੜੇ ਆ, ਬੈਠੇ ਆ, ਸਾਨੂੰ 100 ਕੁਛ ਸੁਣੀ ਜਾਂਦਾ। ਉੱਥੇ ਕੋਈ ਖੜਕਾ ਹੋਈ ਜਾਂਦਾ, ਕੋਈ ਉਹ ਪਰੇ ਬੋਲੀ ਜਾਂਦਾ, ਉਹ ਸਾਨੂੰ ਸੁਣਤਾ ਰਿਹਾ ਨਾ, ਆਪਾਂ ਉਹਨੂੰ ਸੁਣ ਰਹੇ ਹਾਂ। ਜਿਹੜੀ ਇਹ ਕਿਰਿਆ ਹੋ ਰਹੀ ਹੈ ਸੁਣਨ ਵਾਲੀ ਉਹ ਹੀਅਰ ਹੀ ਆ, ਉਹਨੂੰ ਅਸੀਂ ਹੀਅਰ ਕਹਿੰਦੇ ਆ। ਮਤਲਬ ਸਾਡਾ ਧਿਆਨ ਹੋਵੇ ਚਾਹੇ ਨਾ ਹੋਵੇ ਪਰ ਸਾਨੂੰ ਉਹ ਚੀਜ਼ ਸੁਣ ਰਹੀ ਆ। ਭਾਵ ਇਹ ਕਹਿ ਲਓ ਵੀ ਇਹ ਕਿਰਿਆ 'ਚ ਸਾਡਾ ਕੋਈ ਇੰਟਰਸਟ ਨਹੀਂ ਹੁੰਦਾ, ਇਹ ਸਾਨੂੰ ਲਗਾਤਾਰ ਸੁਣਦੀ ਵੀ ਰਹਿੰਦੀ ਆ। ਪਰ ਜਦੋਂ ਅਸੀਂ ਇੰਟਰਸਟ ਲੈ ਕੇ ਸੁਣਦੇ ਹਾਂ ਉਦੋਂ ਅਸੀਂ ਲਿਸਨ ਦੀ ਵਰਤੋਂ ਕਰਦੇ ਹਾਂ। ਦੇਖੋ ਆਪਾਂ ਵਾਕ ਬਣਾ ਲੈਂਦੇ ਹਾਂ, ਤੁਹਾਨੂੰ ਜਮਾ ਹੀ ਕਲੀਅਰ ਹੋ ਜੂ। ਵਾਕ ਬਣਾ ਲਿਆ ਆਪਾਂ, ਆਈ ਹੇਅਰਡ ਆ ਸਟ੍ਰੇਂਜ ਨੋਇਜ਼। ਮੈਂ ਇੱਕ ਅਜੀਬ ਜਿਹਾ ਸ਼ੋਰ ਸੁਣਿਆ। ਦੇਖੋ ਆਪਾਂ ਬੈਠੇ ਆ, ਕੋਈ ਖੜਕਾ ਜਿਹਾ ਹੋ ਰਿਹਾ ਨਾ ਕਿਤੇ ਅਜੀਬ ਜਿਹਾ, ਆਪਾਂ ਸੁਣ ਲਿਆ, ਆਪੇ ਸਾਡੇ ਕੰਨਾਂ ਜਾ ਕੇ ਪੈ ਗਿਆ। ਅਸੀਂ ਸੁਣਾਂਗੇ ਚਾਹੇ ਅਸੀਂ ਸੁਣਨਾ ਚਾਹੁੰਦੇ ਆ ਚਾਹੇ ਨਹੀਂ ਸੁਣਨਾ ਚਾਹੁੰਦੇ, ਜਦੋਂ ਸਾਡੇ ਕੰਨ ਲੱਗੇ ਉਹ ਸੁਣੂਗਾ ਹੀ ਸਾਨੂੰ, ਹੈ ਨਾ। ਆਪਾਂ ਕਿਹੜਾ ਪਲੱਗ ਪਾਈ ਬੈਠੇ ਆ। ਤੇ ਹੁਣ ਅੱਗੇ ਜਿਹੜਾ ਲਿਸਨ ਆ ਉਹ ਹੁੰਦਾ ਜਦੋਂ ਅਸੀਂ ਆਪ ਆਪਦੀ ਇੱਛਾ ਨਾਲ ਕੁਝ ਸੁਣਨਾ ਚਾਹੁੰਦੇ ਆ। ਜਿਵੇਂ ਹੀ ਇਜ਼ ਲਿਸਨਿੰਗ ਟੂ ਸੌਂਗਸ, ਉਹ ਗਾਣੇ ਸੁਣ ਰਿਹਾ, ਉਹਦੀ ਆਪਦੀ ਇੱਛਾ, ਉਹਨੇ ਗਾਣਾ ਚਲਾਇਆ ਫਿਰ ਉਹਨੂੰ ਉਹ ਸੁਣ ਰਿਹਾ। ਮਤਲਬ ਜਿਹੜੀ ਸੁਣਨ ਦੀ ਕਿਰਿਆ ਉਹ ਇੰਟਰਸਟ ਨਾਲ ਆਪਦੀ ਇੱਛਾ ਨਾਲ ਕਰ ਰਿਹਾ, ਉਹ ਇਹ ਨਹੀਂ ਹੈਗਾ ਵੀ ਆਪ ਹੀ ਸੁਣੀ ਜਾਂਦਾ ਉਹਨੂੰ। ਇਹ ਫਰਕ ਆ ਹੀਅਰ ਤੇ ਲਿਸਨ 'ਚ। ਆਪਾਂ ਬੜਾ ਧਿਆਨ ਰੱਖਣਾ ਇਹਨਾਂ ਦੀ ਵਰਤੋਂ ਕਰਦੇ ਸਮੇਂ ਤੇ ਕਦੇ ਵੀ ਉਲਝਣਾ ਨਹੀਂ। ਲਓ ਜੀ, ਦੂਜਾ ਆ ਗਿਆ ਸਾਡੇ ਕੋਲੇ ਕੀਪ ਤੇ ਪੁੱਟ। ਇਹ ਵੀ ਤੁਹਾਡੇ ਵੱਲੋਂ ਹੀ ਇੱਕ ਪ੍ਰਸ਼ਨ ਆਇਆ ਸੀ। ਇੱਕ ਵੀਰ ਕਹਿੰਦਾ ਵੀ ਮੈਂ ਇਹ ਲਿਖਿਆ ਦੇਖਿਆ, ਕੀਪ ਦਿਸ ਐਪਲ ਇਨ ਦਾ ਬਾਸਕਟ, ਪੁੱਟ ਦਿਸ ਐਪਲ ਇਨ ਦਾ ਬਾਸਕਟ। ਵੀ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਇਹਨਾਂ ਨੂੰ ਅਸੀਂ ਕਿਤੇ ਮਰਜ਼ੀ ਵਰਤੀ ਜਾਈਏ, ਇਹਨਾਂ ਦੋਨਾਂ ਦੇ ਵਿੱਚ ਫਰਕ ਹੈਗਾ। ਦੇਖੋ, ਜੇ ਅਸੀਂ ਸਰੀਰਕ ਕੰਮ ਕਰ ਰਹੇ ਹਾਂ, ਸਰੀਰਕ ਕਸ਼ਟ ਕਰ ਰਹੇ ਹਾਂ, ਫਿਰ ਅਸੀਂ ਦੋਨਾਂ ਨੂੰ ਇੱਕ ਦੂਜੇ ਦੀ ਥਾਂ ਤੇ ਵਰਤ ਸਕਦੇ ਹਾਂ। ਜਿਵੇਂ ਹੁਣ ਦੇਖੋ, ਕੀਪ ਦਿਸ ਐਪਲ ਇਨ ਦਾ ਬਾਸਕਟ, ਅਸੀਂ ਸਰੀਰਕ ਕੰਮ ਕਰ ਰਹੇ ਹਾਂ ਨਾ, ਹੈ ਨਾ, ਸਾਡੇ ਸਰੀਰ ਦਾ ਕੰਮ ਹੋ ਰਿਹਾ, ਸੇਬ ਨੂੰ ਚੱਕਿਆ ਜਾ ਕੇ ਉੱਥੇ ਰੱਖਤਾ। ਫਿਰ ਆਪਾਂ ਇੱਥੇ ਪੁੱਟ ਦੀ ਵਰਤੋਂ ਵੀ ਕਰ ਸਕਦੇ ਹਾਂ ਤੇ ਜਿੱਥੇ ਪੁੱਟ ਲੱਗਿਆ ਉੱਥੇ ਕੀਪ ਦੀ ਵਰਤੋਂ ਵੀ ਕਰ ਸਕਦੇ ਹਾਂ। ਆਪਾਂ ਪੂਰਾ ਵਾਕ ਪੜ੍ਹਨਾ ਵੀ ਸੇਬ ਨੂੰ ਟੋਕਰੀ 'ਚ ਰੱਖਣਾ, ਹੈ ਨਾ, ਇਹਦਾ ਮਤਲਬ ਸਰੀਰਕ ਕੰਮ ਆ, ਤਾਂ ਅਸੀਂ ਦੋਨਾਂ ਨੂੰ ਇੱਕ ਦੂਜੇ ਥਾਂ ਤੇ ਵਰਤ ਸਕਦੇ ਹਾਂ। ਪਰ ਇੱਕ ਗੱਲ ਯਾਦ ਰੱਖਣੀ ਆ ਵੀ ਜਿੱਥੇ ਨਾਨ ਫਿਜ਼ੀਕਲ ਕੰਮ ਆ ਜੇ ਉੱਥੇ ਅਸੀਂ ਫਿਰ ਇਕੱਲੇ ਕੀਪ ਨੂੰ ਹੀ ਵਰਤਦੇ ਹਾਂ, ਉੱਥੇ ਫਿਰ ਪੁੱਟ ਨੂੰ ਨਹੀਂ ਵਰਤਣਾ। ਇਹੀ ਇਹਨਾਂ ਦੋਨਾਂ ਦੇ ਵਿੱਚ ਫਰਕ ਆ। ਦੇਖੋ, ਜੇ ਤਾਂ ਫਿਜ਼ੀਕਲੀ ਆ ਗਿਆ ਕੋਈ ਕੰਮ, ਹੈ ਨਾ, ਫਿਜ਼ੀਕਲ ਆ, ਇੱਧਰ ਵੀ ਫਿਜ਼ੀਕਲੀ ਇੱਧਰ ਵੀ ਫਿਜ਼ੀਕਲੀ, ਫਿਰ ਦੋਨੇ ਸੇਮ ਨੇ, ਕੋਈ ਫਰਕ ਨਹੀਂ। ਪਰ ਜੇ ਨਾਨ ਫਿਜ਼ੀਕਲ ਆ ਗਿਆ, ਮਤਲਬ ਸਾਡੇ ਸਰੀਰ ਦਾ ਕੋਈ ਕੰਮ ਨਹੀਂ ਹੋ ਰਿਹਾ, ਉਹ ਅੰਦਰੂਨੀ ਆ, ਸਾਡਾ ਕਹਿ ਲਓ ਮਾਨਸਿਕ ਕੰਮ ਆ, ਉਹਦੇ 'ਚ ਫਿਰ ਆਪਾਂ ਕੀਪ ਦੀ ਵਰਤੋਂ ਕਰਨੀ ਆ। ਬੜੇ ਥਾਵਾਂ ਤੇ ਅਸੀਂ ਲਿਖਿਆ ਪੜ੍ਹਦੇ ਹਾਂ, ਹੈ ਨਾ, ਕੀਪ ਦੇ ਸੀਕ੍ਰੇਟ, ਹੈ ਨਾ, ਕੀਪ ਸੀਕ੍ਰੇਟਸ, ਆਪਾਂ ਬੜੇ ਵਾਰੀ ਪੜ੍ਹਦੇ ਹਾਂ। ਉਹ ਮਤਲਬ ਤਾਂ ਹੁੰਦਾ ਉਹਦਾ ਵੀ ਰੱਖਣਾ, ਇੱਥੇ ਕੀਪ ਦਾ ਮਤਲਬ ਵੀ ਰੱਖਣਾ, ਪੁੱਟ ਦਾ ਮਤਲਬ ਵੀ ਰੱਖਣਾ, ਇਹ ਵੀ ਰੱਖਣਾ ਹੀ ਸੀ ਨਾ। ਸੇਬ ਰੱਖੋ ਟੋਕਰੀ 'ਚ, ਸੇਬ ਰੱਖੋ ਟੋਕਰੀ 'ਚ। ਪਰ ਜਦੋਂ ਆਪਾਂ ਕਹਿ ਦਿੰਦੇ ਆ ਤੂੰ ਇਹ ਸੀਕ੍ਰੇਟ ਰੱਖੀ, ਤੂੰ ਇਹ ਸੀਕ੍ਰੇਟ ਬਣਾ ਕੇ ਰੱਖੀ, ਉੱਥੇ ਵੀ ਮਤਲਬ ਤਾਂ ਰੱਖਣਾ ਹੀ ਹੋ ਗਿਆ। ਉੱਥੇ ਉਹ ਕੰਮ ਆ ਜਿਹੜਾ ਉਹ ਫਿਜ਼ੀਕਲ ਨਹੀਂ ਹੈਗਾ, ਸਾਡਾ ਸਰੀਰ ਕੋਈ ਜਾ ਕੇ ਕੰਮ ਨਹੀਂ ਕਰ ਰਿਹਾ, ਉਹ ਅਸੀਂ ਮਾਨਸਿਕ ਕੰਮ ਕਰ ਰਹੇ ਹਾਂ ਵੀ ਅਸੀਂ, ਹੈ ਨਾ, ਉਹ ਚੀਜ਼ ਨੂੰ ਰੱਖਣਾ ਆਪਣੇ ਅੰਦਰ। ਉਹ ਮਾਨਸਿਕ ਕੰਮ ਹੋ ਰਿਹਾ, ਸਿਰਫ ਸਰੀਰ ਦਾ ਕੰਮ ਨਹੀਂ ਹੋ ਰਿਹਾ, ਕੋਈ ਸਾਨੂੰ ਐਫਰਟ ਨਹੀਂ ਕਰਨਾ ਪੈ ਰਿਹਾ ਜਾਣ ਵਾਸਤੇ, ਸਿਰਫ ਦਿਮਾਗ ਤੇ ਲੋੜ ਆ, ਸਾਡੇ ਸਰੀਰ ਤੇ ਕੋਈ ਲੋੜ ਨਹੀਂ। ਇਸ ਕਰਕੇ ਦੇਖੋ, ਹੋਰ ਵਾਕ ਬਣਾ ਲਓ, ਆਈ ਆਲਵੇਜ਼ ਕੀਪ ਮਾਈ ਵਰਡਸ। ਅਸੀਂ ਬਹੁਤ ਵਾਰੀ ਇਹ ਵਾਕ ਨੂੰ ਵਰਤਦੇ ਹਾਂ, ਹੈ ਨਾ, ਵੀ ਮੈਂ ਆਪਦੇ ਸ਼ਬਦਾਂ ਨੂੰ ਰੱਖਦਾ। ਜਿਵੇਂ ਕਹਿੰਦੇ ਨੇ ਮੈਂ ਆਪਦੀ ਗੱਲ ਤੇ ਖੜਾ ਰਹਿਣਾ, ਇਹਦਾ ਮਤਲਬ ਉਹੀ ਆ, ਆਈ ਆਲਵੇਜ਼ ਕੀਪ ਮਾਈ ਵਰਡਸ, ਹੈ ਨਾ, ਕੀਪ। ਇੱਥੇ ਦੇਖੋ ਨਾਨ ਫਿਜ਼ੀਕਲ ਆ, ਹੈ ਨਾ, ਕੋਈ ਸਰੀਰਕ ਕੰਮ ਨਹੀਂ ਤਾਂ ਕੀਪ ਯੂਜ਼ ਕਰ ਲਿਆ। ਇੱਥੇ ਆਪਾਂ ਪੁੱਟ ਦੀ ਵਰਤੋਂ ਨਹੀਂ ਕਰ ਸਕਦੇ।
ਇਸ ਕਰਕੇ ਇਹਨਾਂ ਦੋਨਾਂ ਦੇ ਵਿੱਚ ਇਹੀ ਫਰਕ ਆ, ਇਹ ਵੀ ਅਸੀਂ ਯਾਦ ਰੱਖਣਾ, ਇਹਨਾਂ ਦੇ ਵਿੱਚ ਉਲਝਣਾ ਨਹੀਂ। ਤੇ ਤੀਜਾ ਆ ਗਿਆ ਆਪਣੇ ਕੋਲੇ ਕੰਪਲੇਨ ਤੇ ਕੰਪਲੇਂਟ। ਬੜੀ ਵਾਰੀ ਦੇਖਿਆ ਵੀ ਅਸੀਂ ਇਹਨਾਂ ਨੂੰ ਗਲਤ ਵਰਤ ਦਿੰਦੇ ਆ, ਇੱਕ ਦੂਜੇ ਦੀ ਥਾਂ ਤੇ ਵਰਤ ਦਿੰਦੇ ਆ, ਪਰ ਆਪਾਂ ਅੱਜ ਧਿਆਨ ਰੱਖਣਾ, ਅੱਜ ਆਪਾਂ ਇਹਨੂੰ ਸਿੱਖ ਲੈਣਾ ਵੀ ਇਹਦੇ 'ਚ ਕੀ ਫਰਕ ਆ, ਕੀ ਇਹਨਾਂ ਦੇ ਵਿੱਚ ਅੰਤਰ ਆ। ਜਿਹੜਾ ਤਾਂ ਕੱਲਾ ਕੰਪਲੇਨ ਆ ਮਗਰ ਉਹਦੇ ਟੀ ਨਹੀਂ ਲੱਗੀ ਹੋਈ, ਉਹ ਹੁੰਦਾ ਸ਼ਿਕਾਇਤ ਕਰਨਾ। ਸ਼ਿਕਾਇਤ ਕਰਨਾ ਭਾਵ ਇਹ verb ਆ, ਇੱਕ ਕਿਰਿਆ, ਇਹਦੇ ਵਿੱਚ ਐਕਸ਼ਨ ਹੋ ਰਿਹਾ ਕੋਈ, ਹਨਾ, ਕੋਈ ਕੰਮ ਹੋ ਰਿਹਾ, ਉਹ ਆ ਕੰਪਲੇਨ। ਜਿਵੇਂ ਆਪਾਂ ਵਾਕ ਬਣਾ ਲਈਏ, ਹੀ ਕੰਪਲੇਨ ਟੂ ਦਾ ਮੈਨੇਜਰ ਅਬਾਊਟ ਦਿਸ ਦੈਟ, ਹਨਾ, ਜੋ ਵੀ ਆ ਅੱਗੇ ਕਾਹਦੇ ਬਾਰੇ ਉਹਨੇ ਕੰਪਲੇਨ ਕਰੀ, ਸ਼ਿਕਾਇਤ ਕਰੀ। ਮਤਲਬ ਦੇਖੋ ਆਪਾਂ ਕੰਪਲੇਨ ਲਿਖਿਆ ਨਾ, ਸੈਕਿੰਡ ਫਾਰਮ ਲਾਈ ਆ। ਜਦੋਂ ਦੇਖੋ ਅਸੀਂ ਸੈਕਿੰਡ ਫਾਰਮ ਕਿਹਦੀ ਬਣਾਉਣੇ ਹੁੰਦੇ ਆ, verb ਦੀ ਬਣਾਉਣੇ ਹੁੰਦੇ ਆ, ਹਨਾ। ਆਪਾਂ ਇੱਥੇ verb ਦੇ ਰੂਪ 'ਚ ਇਹਨੂੰ ਵਰਤਿਆ, ਹੀ ਕੰਪਲੇਨ, ਵੀ ਉਹਨੇ ਸ਼ਿਕਾਇਤ ਕੀਤੀ, ਉਹਨੇ ਸ਼ਿਕਾਇਤ ਕਰਨ ਵਾਲਾ ਕੰਮ ਕਰਿਆ ਹੈਗਾ, ਇਹਦੇ 'ਚ ਕੰਮ ਹੋਇਆ ਕੋਈ। ਠੀਕ ਹੈ ਜੀ, ਹੋ ਗਈ ਗੱਲ। ਤੇ ਜਿਹੜਾ ਕੰਪਲੇਂਟ ਆ ਉਹ ਹੁੰਦਾ ਨਾਊਨ, ਉਹ ਹੁੰਦਾ ਕੱਲਾ ਸ਼ਿਕਾਇਤ, ਉਹਦੇ ਵਿੱਚ ਕੰਮ ਕੋਈ ਨਹੀਂ ਹੁੰਦਾ, ਉਹ ਇੱਕ ਨਾਊਨ ਦਾ ਰੂਪ ਧਾਰਨ ਕਰ ਗਈ। ਤੇ ਫਿਰ ਆਪਾਂ ਦੇਖੋ ਵਾਕ ਕਿਵੇਂ ਬਣਾਇਆ, ਹੀ ਫਾਈਲ ਆ ਕੰਪਲੇਂਟ ਅੱਗੇ ਅਗੇਂਸਟ ਦਿਸ ਦੈਟ, ਜਾਂ ਫਾਈਲਡ ਥਾਂ ਤੇ ਲੌਜਡ ਵੀ ਕਹਿ ਦਿੰਦੇ ਨੇ ਆਪਾਂ, ਹੀ ਲੌਜਡ ਆ ਕੰਪਲੇਂਟ ਅਗੇਂਸਟ ਦਿਸ ਦੈਟ। ਹੁਣ ਦੇਖੋ ਇੱਥੇ verb ਸਾਡੇ ਕੋਲੇ ਆ ਬਣ ਗਿਆ, ਕੰਮ ਕੀ ਹੋਇਆਗਾ, ਕੰਮ ਹੋਇਆਗਾ ਵੀ ਉਹਨੇ ਫਾਈਲ ਕੀਤੀ ਜਾਂ ਉਹਨੇ ਲੌਜ ਕੀਤੀ, ਹਨਾ, ਇਹ ਕੰਮ ਹੋਇਆਗਾ। ਪਰ ਜਿਹੜੀ ਕੰਪਲੇਂਟ ਆ ਉਹ ਤਾਂ ਨਾਊਨ ਆ, ਸ਼ਿਕਾਇਤ ਆ, ਉਹਨੇ ਸ਼ਿਕਾਇਤ ਦਰਜ ਕਰਵਾਈ। ਦਰਜ ਕਰਾਉਣਾ ਜਿਹੜਾ ਉਹ ਐਕਸ਼ਨ ਸੀ, ਇਹਦੇ 'ਚ ਕੰਮ ਉਹ ਹੋਇਆ। ਜਿਹੜੀ ਸ਼ਿਕਾਇਤ ਆ ਉਹ ਤਾਂ ਨਾਊਨ ਆ ਇੱਕ ਵਿਚਾਰੀ, ਹਨਾ, ਇੱਥੇ ਲੌਜ ਦਰਜ ਕਰਾਉਣੀ, ਉਹੀ ਗੱਲ ਹੋ ਗਈ। ਪਰ ਇੱਥੇ ਜਿਹੜਾ ਕੰਪਲੇਨ ਸ਼ਬਦ ਆਪਾਂ ਵਰਤਿਆ ਸੀ ਉਹ ਇਹ ਸੀ ਵੀ ਉਹਨੇ ਸ਼ਿਕਾਇਤ ਕਰਨ ਵਾਲਾ ਐਕਸ਼ਨ ਕੀਤਾ। ਇੱਥੇ ਕੱਲੀ ਸ਼ਿਕਾਇਤ ਆ, ਉਹ ਇੱਕ ਨਾਊਨ ਆ, ਹਨਾ। ਦੇਖੋ ਇੱਕ ਹੋਰ ਬੜੇ ਦੇਸੀ ਤਰੀਕੇ ਨਾਲ ਸਮਝ ਲਓ, ਜਿਵੇਂ ਆਪਾਂ ਕਹਿ ਦਈਏ, ਹਨਾ, ਖੇਡਣਾ, ਤੇ ਇੱਥੇ ਆਪਾਂ ਲਿਖ ਦਈਏ ਖੇਡ। ਜੇ ਆਪਾਂ ਤੁਹਾਨੂੰ ਕਹਿ ਦਈਏ ਵੀ ਖੇਡਣਾ ਤੇ ਖੇਡ 'ਚ ਕੀ ਫਰਕ ਆ, ਤੁਸੀਂ ਝੱਟ ਦੇਣੇ ਕਹਿ ਦੋਗੇ ਵੀ ਖੇਡਣਾ ਦਾ ਮਤਲਬ ਤਾਂ ਹੁੰਦਾ ਇੱਕ ਕਿਰਿਆ, ਵੀ ਖੇਡਣ ਵਾਲੀ ਕਿਰਿਆ, ਵੀ ਅਸੀਂ ਖੇਡ ਰਹੇ ਹਾਂ, ਐਕਸ਼ਨ ਹੋ ਰਿਹਾ, ਉਹ 'ਚ ਕੰਮ ਹੋ ਰਿਹਾ ਕੋਈ। ਤੇ ਜਿਹੜੀ ਖੇਡ ਆ ਉਹ ਨਾਊਨ ਆ, ਉਹ ਤਾਂ ਵੀ ਕੋਈ ਖੇਡ ਹੁੰਦੀ ਹੈ, ਜਿਵੇਂ ਕ੍ਰਿਕਟ, ਵਾਲੀਬਾਲ, ਕਬੱਡੀ, ਹਨਾ, ਫੁੱਟਬਾਲ, ਉਹ ਇੱਕ ਖੇਡ ਆ, ਉਹ ਗੇਮ ਆ। ਇਹੀ ਇਹਨਾਂ ਦੋਨਾਂ ਦੇ ਵਿੱਚ ਫਰਕ ਹੈ ਵੀ ਖੇਡਣਾ ਕਿਰਿਆ ਹੁੰਦੀ ਆ, ਖੇਡ ਆ ਜਿਹੜੀ ਉਹ ਨਾਊਨ ਆ, ਉਹ ਇੱਕ ਗੇਮ ਆ। ਇਹਨਾਂ ਨੂੰ ਅਸੀਂ ਵਰਤਣਾ ਵੀ ਆਪਦੇ ਹਿਸਾਬ ਨਾਲ ਹੁੰਦਾ, ਹਨਾ, ਇਹ 'ਚ ਐਕਸ਼ਨ ਹੁੰਦਾ, ਇਹ ਇੱਕ ਸਿਰਫ ਨਾਮ ਆ। ਉਵੇਂ ਕੰਪਲੇਨ ਤੇ ਕੰਪਲੇਂਟ ਆ, ਇਹ ਸਾਡੇ ਕੋਲੇ ਐਕਸ਼ਨ ਹੁੰਦਾ, ਇਹਦੇ 'ਚ ਇਹ ਸਾਡੇ ਕੋਲੇ ਨਾਊਨ ਆ। ਇਹਨਾਂ ਦੋਨਾਂ ਦੀ ਵਰਤੋਂ ਵੀ ਅਸੀਂ ਐਂ ਕਰਨੀ ਆ। ਪੂਰੀ ਉਮੀਦ ਆ ਵੀ ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਅੱਜ ਵਾਲੇ ਜਿੰਨੇ ਵੀ ਆਪਾਂ ਇਹ 6 ਨਵੇਂ ਸ਼ਬਦ ਕਰੇ ਨੇ ਤੁਹਾਨੂੰ ਸਾਰੇ ਕਲੀਅਰ ਹੋ ਗਏ ਹੋਣਗੇ, ਕੋਈ ਉਲਝਣ ਨਹੀਂ ਰਹੀ ਹੋਣੀ। ਜੇ ਤੁਹਾਡੇ ਮਨ 'ਚ ਹੋਰ ਕੋਈ ਵੀ ਇਹੋ ਜਿਹੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਡਾਊਟ ਆ, ਉਲਝ ਜਾਂਦੇ ਹੋ, ਉਹ ਕਮੈਂਟ ਕਰਕੇ ਜ਼ਰੂਰ ਪੁੱਛੋ, ਆਪਾਂ ਉਹਨਾਂ ਤੇ ਵੀ ਵੀਡੀਓ ਬਣਾਵਾਂਗੇ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।